ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤੀਆਂ ਹੋਈਆਂ ਇਹ ਪਾਵਨ ਪਵਿੱਤਰ 14 ਪੌੜੀਆਂ ਸ਼ਰਵਣ ਕੀਤੀਆਂ ਨੇ। ਜਿਸ ਪ੍ਰਕਾਰ ਮਨ ਦੇ ਅੰਦਰ ਇਹ ਇੱਕ ਗੱਲ ਆਮ ਤੌਰ 'ਤੇ ਆਉਂਦੀ ਹੈ ਕਿ ਜਿਵੇਂ ਹੋਰ ਜਿਹੜੀਆਂ ਬਾਣੀਆਂ ਨੇ ਉਹਨਾਂ ਦੀ ਜਿਵੇਂ ਉਥਾਨਕਾ ਹੈ ਕਿ ਉਹ ਕਿੱਥੇ ਉਚਾਰਨ ਹੋਈ ਹੈ, ਕੀ ਕਾਰਨ ਬਣਿਆ ਸੀ ਕਿ ਸਤਿਗੁਰਾਂ ਨੇ ਜਿਵੇਂ ਜਪਜੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਸਿੱਧਾਂ ਦੇ ਨਾਲ ਗੋਸ਼ਟ ਕਰਦਿਆਂ ਹੋਇਆਂ ਉਚਾਰਨ ਕੀਤੀ, ਉਸੇ ਪ੍ਰਕਾਰ ਜਿਹੜੀ 12ਵਾਂ ਇਹ ਬਾਣੀ ਹੈ ਇਸ ਨੂੰ ਕਿਸ ਸਮੇਂ ਕੀ ਕਾਰਨ ਬਣਿਆ ਸੀ ਕਿ ਸਤਿਗੁਰਾਂ ਨੇ ਇਸ ਦਾ ਉਚਾਰਨ ਕੀਤਾ। ਇੱਕ ਕਥਾ ਦੇ ਵਿੱਚ ਉਥਾਨਕਾ ਸ਼ਬਦ ਵਰਤਿਆ ਜਾਂਦਾ ਹੈ। ਉਥਾਨਕਾ ਸਮਝਣ ਦੇ ਲਈ ਇਸ ਪ੍ਰਕਾਰ ਹੈ ਕਿ ਜਿਵੇਂ ਆਪਾਂ ਸੰਸਾਰ ਦੇ ਅੰਦਰ ਵਿਚਰਦੇ ਹਾਂ, ਕੋਈ ਆਪਾਂ ਨੂੰ ਮਨੁੱਖ ਆਣ ਕੇ ਮਿਲੇ, ਉਸ ਦੇ ਕੋਈ ਸੱਟ ਲੱਗੀ ਹੋਵੇ ਜਾਂ ਉਹ ਕਿਸੇ ਬੰਨਿਓਂ ਆ ਰਿਹਾ ਹੋਵੇ, ਆਪਾਂ ਉਸ ਨੂੰ ਪੁੱਛਦੇ ਹਾਂ ਕਿ ਤੇਰੇ ਇਹ ਸੱਟ ਕਿਸ ਪ੍ਰਕਾਰ ਲੱਗੀ ਹੈ, ਅਤੇ ਉਹ ਸਾਰੀ ਗੱਲਬਾਤ ਦੱਸਦਾ ਹੈ ਕਿ ਇਸ ਪ੍ਰਕਾਰ ਮੈਂ ਰਸਤੇ ਦੇ ਵਿੱਚ ਜਾ ਰਿਹਾ ਸਾਂ, ਇਸ ਪ੍ਰਕਾਰ ਮੇਰੇ ਸੱਟ ਲੱਗੀ। ਉਹ ਜਿਹੜੀ ਉਸ ਨੇ ਗੱਲ ਦੱਸੀ ਹੈ ਉਸ ਨੂੰ ਕਿਹਾ ਜਾਂਦਾ ਹੈ ਉਥਾਨਕਾ, ਕਿ ਉਹ ਸੱਟ ਲੱਗਣ ਦਾ ਅਸਲ ਦੇ ਵਿੱਚ ਕਾਰਨ ਕੀ ਸੀ। ਉਸੇ ਪ੍ਰਕਾਰ ਹੀ ਜਿਹੜੀ ਪਾਵਨ ਪਵਿੱਤਰ ਗੁਰਬਾਣੀ ਸ਼ਬਦ ਉਚਾਰਨ ਹੁੰਦੇ ਨੇ ਉਸ ਦਾ ਵੀ ਕੋਈ ਨਾ ਕੋਈ ਕਾਰਨ ਜ਼ਰੂਰ ਬਣਦਾ ਹੈ। ਅਤੇ ਸੰਪਰਦਾਇ ਦੇ ਅੰਦਰ ਇਹ ਵਿਚਾਰ ਦੱਸੀ ਜਾਂਦੀ ਹੈ ਕਿ ਇੱਕ ਵਾਰ ਜਿਵੇਂ ਬ੍ਰਾਹਮਣ ਲੋਕ ਸਨ, ਉਹਨਾਂ ਨੇ ਭਰਮ ਦਾ ਜਾਲ ਪਾਇਆ ਹੋਇਆ ਸੀ ਕਿ ਜਦੋਂ ਵੀ ਮਹੀਨੇ ਦੀ ਪ੍ਰਾਰੰਭਤਾ ਹੁੰਦੀ ਹੈ ਉਸ ਵੇਲੇ ਸਾਡੇ ਪਾਸ ਆਣ ਕਰਕੇ ਜਿੰਨਾ ਚਿਰ ਅਸੀਂ ਤੁਹਾਨੂੰ ਕੋਈ ਉਪਦੇਸ਼ ਨਾ ਦੇ ਦਈਏ ਉਹਨਾਂ ਚਿਰ ਚੜ੍ਹ ਰਹੇ ਮਹੀਨੇ ਦਾ ਨਾਮ ਨਹੀਂ ਲੈਣਾ। ਬਹੁਤ ਮਾੜਾ ਜਿਹੜਾ ਇਹ ਸਮਝਿਆ ਜਾਂਦਾ ਸੀ ਕਿ ਪੰਡਤ ਦੇ ਕੋਲ ਜਾਏ ਤੋਂ ਬਿਨਾਂ ਜਿਹੜੀ ਕਿਸੇ ਮਹੀਨੇ ਦੀ ਪ੍ਰਾਰੰਭਤਾ ਕਰ ਲੈਣੀ, ਕੋਈ ਕੰਮ ਕਾਜ ਕਰ ਲੈਣਾ। ਇੱਕ ਵਾਰ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਕੋਈ ਸੰਸਕ੍ਰਿਤ ਪੜ੍ਹਿਆ ਹੋਇਆ ਬ੍ਰਾਹਮਣ ਪੰਡਤ ਆਇਆ। ਉਸ ਨੇ ਆਣ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀਓ, ਮੈਂ ਬਹੁਤ ਵਿੱਦਿਆ ਪੜ੍ਹਿਆ ਹੋਇਆ ਹਾਂ, ਸੰਸਕ੍ਰਿਤ ਵੀ ਜਾਣਦਾ ਹਾਂ, ਹੋਰ ਬੇਅੰਤ ਜਿਹੜੇ ਗ੍ਰੰਥਾਂ ਦੀ ਪੜ੍ਹਾਈ ਕੀਤੀ ਹੈ, ਪਰ ਮੇਰੇ ਕੋਲ ਕੋਈ ਵੀ ਜਿਹੜਾ ਕਥਾ ਸੁਣਨ ਦੇ ਲਈ ਕੋਈ ਸੰਗਤ ਨਹੀਂ ਆਉਂਦੀ। ਆਪ ਜੀ ਬਖਸ਼ਿਸ਼ ਕਰੋ ਕਿ ਮੈਂ ਆਪ ਜੀ ਦੇ ਹਜ਼ੂਰ ਰਹਿ ਕਰਕੇ ਜਿਹੜੀ ਕਥਾ ਵਿਚਾਰ ਹੈ ਉਸ ਨੂੰ ਸ਼ਰਵਣ ਕਰਵਾਇਆ ਕਰਾਂ। ਸਤਿਗੁਰਾਂ ਨੇ ਸ਼ਰਨ ਆਇਆਂ ਨੂੰ ਦੇਖ ਕਰਕੇ ਉਸ ਵੇਲੇ ਇਹ ਉਪਦੇਸ਼ ਕਰ ਦਿੱਤਾ, ਚਲੋ ਠੀਕ ਹੈ ਕਿ ਤੂੰ ਕਥਾ ਕਰ ਲਿਆ ਕਰ, ਔਰ ਨਾਲ ਹੀ ਜਦੋਂ ਮਹੀਨੇ ਦੀ ਪ੍ਰਾਰੰਭਤਾ ਹੋਵੇ ਉਸ ਵੇਲੇ ਵੀ ਸੰਗਤਾਂ ਨੂੰ ਕੋਈ ਨਾ ਕੋਈ ਉਪਦੇਸ਼ ਦਿਆ ਕਰ। ਇਸ ਪ੍ਰਕਾਰ ਉਹ ਜਿਹੜਾ ਪੰਡਤ ਬ੍ਰਾਹਮਣ ਸੀ ਹਰ ਮਹੀਨੇ ਦੇ ਪਹਿਲੇ ਦਿਨ ਸੰਗਤਾਂ ਨੂੰ ਉਪਦੇਸ਼ ਦੇਣਾ ਉਸ ਨੇ ਸ਼ੁਰੂ ਕਰ ਦਿੱਤਾ। ਸਮਾਂ ਪਾ ਕੇ ਕੀ ਹੋਇਆ ਕਿ ਜਦੋਂ ਉਸ ਦੀ ਕਥਾ ਦਾ ਸੰਗਤਾਂ ਦੇ ਉੱਪਰ ਕੁਝ ਪ੍ਰਭਾਵ ਪਿਆ, ਜਿਹੜੀਆਂ ਸੰਗਤਾਂ ਸਨ ਉਸ ਪੰਡਤ ਦੇ ਨਾਲ ਜੁੜਨਾ ਸ਼ੁਰੂ ਹੋ ਗਈਆਂ। ਅਤੇ ਉਹ ਪੰਡਤ ਨੇ ਜਦੋਂ ਅਗਲਾ 1661 ਬਿਕਰਮੀ ਦਾ ਜਦੋਂ ਚੇਤਰ ਦਾ ਮਹੀਨਾ ਆਇਆ, ਉਸ ਵੇਲੇ ਗੁਰੂ ਕੇ ਦਰਬਾਰ ਦੇ ਵਿੱਚ ਹਾਜ਼ਰ ਨਾ ਹੋਇਆ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੇ ਮੁਖੀ ਗੁਰਸਿੱਖ ਸਨ, ਬਾਬਾ ਬੁੱਢਾ ਸਾਹਿਬ ਜੀ ਆਦਿਕ ਗੁਰਸਿੱਖਾਂ ਨੂੰ ਉਸ ਪੰਡਤ ਦੇ ਪਾਸ ਭੇਜਿਆ ਕਿ ਜਾਵੋ ਪਤਾ ਲੈ ਕੇ ਆਵੋ ਕਿ ਪੰਡਤ ਜੀ ਆਏ ਕਿਉਂ ਨਹੀਂ। ਉਸ ਵੇਲੇ ਜਦੋਂ ਗੁਰਸਿੱਖਾਂ ਨੇ ਜਾ ਕੇ ਉਸ ਪੰਡਤ ਨੂੰ ਇਹ ਗੱਲ ਆਖੀ
ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਨੂੰ ਯਾਦ ਕਰ ਰਹੇ ਨੇ ਕਿ ਅੱਜ ਚੇਤ ਦਾ ਮਹੀਨਾ ਹੈ। ਸੰਗਤਾਂ ਉਡੀਕ ਕਰ ਰਹੀਆਂ ਨੇ ਕਿ ਆਪ ਜੀ ਆਣ ਕੇ ਕਥਾ ਕਰੋ, ਅਤੇ ਨਾਲ ਹੀ ਜਿਹੜਾ ਪਾਵਨ ਪਵਿੱਤਰ ਉਪਦੇਸ਼ ਹੈ ਉਹ ਵੀ ਸੰਗਤਾਂ ਤਾਈਂ ਦੱਸਣਾ ਕਰੋ। ਤਾਂ ਉਸ ਵੇਲੇ ਉਸ ਪੰਡਤ ਨੇ ਇਹ ਬਚਨ ਆਖੇ ਕਿ ਮੈਂ ਕਿਸੇ ਵੀ ਪ੍ਰਕਾਰ ਉੱਥੇ ਜਾ ਕੇ ਹੁਣ ਕਥਾ ਨਹੀਂ ਕਰਨੀ, ਕਿਉਂਕਿ ਮੇਰੇ ਹੁਣ ਘਰ ਦੇ ਵਿੱਚ ਵੀ ਬਹੁਤ ਸੰਗਤਾਂ ਆ ਜਾਂਦੀਆਂ ਨੇ ਕਥਾ ਸੁਣਨ ਦੇ ਲਈ। ਕਹਿੰਦੇ ਕਿ ਜੇ ਉਪਦੇਸ਼ ਦੇਣਾ ਹੈ ਤੁਹਾਡਾ ਗੁਰੂ ਨਹੀਂ ਦੇ ਸਕਦਾ, ਕਿ ਉਹ ਇੰਨਾ ਸਮਰੱਥਾਵਾਨ ਨਹੀਂ ਕਿ ਆਪ ਆਪਣੀਆਂ ਸੰਗਤਾਂ ਨੂੰ ਉਪਦੇਸ਼ ਦੇ ਸਕੇ। ਇਸ ਪ੍ਰਕਾਰ ਦੇ ਜਦੋਂ ਕੌੜੇ ਜਿਹੜੀਆਂ ਗੱਲਾਂ, ਕੌੜੇ ਜਿਹੜੇ ਬਚਨ ਉਸ ਪੰਡਤ ਨੇ ਗੁਰਸਿੱਖਾਂ ਨੂੰ ਸਤਿਗੁਰਾਂ ਦੀ ਬਾਬਤ ਕਹਿ ਦਿੱਤੇ, ਉਸੇ ਪ੍ਰਕਾਰ ਹੀ ਗੁਰਸਿੱਖਾਂ ਨੇ ਆਣ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਣ ਕਰਕੇ ਦੱਸਿਆ ਕਿ ਉਹ ਜਿਹੜਾ ਪੰਡਤ ਹੈ ਉਹ ਆਪਣੀ ਕਥਾ ਦੇ ਅਹੰਕਾਰ ਦੇ ਵਿੱਚ ਬਹੁਤ ਭਾਰੀ ਜਿਹੜਾ ਨੁਕਸਾਨ ਕਰ ਰਿਹਾ ਹੈ, ਔਰ ਉਸ ਦੇ ਘਰ ਦੇ ਵਿੱਚ ਹੀ ਹੁਣ ਸੰਗਤਾਂ ਜਾ ਰਹੀਆਂ ਨੇ, ਅਤੇ ਉਹ ਆਪਣੀ ਇੱਛਾ ਦੇ ਅਨੁਸਾਰ ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ਉਹ ਉਪਦੇਸ਼ ਦੇਣਾ ਉਸ ਨੇ ਸ਼ੁਰੂ ਕਰ ਦੇਣਾ ਹੈ। ਅਤੇ ਆਪ ਜੀ ਨੂੰ ਇਸ ਪ੍ਰਕਾਰ ਉਹਨੇ ਮਾੜੇ ਬਚਨ ਬੋਲੇ ਨੇ। ਕਈ ਵਾਰ ਇਹ ਹੁੰਦਾ ਹੈ ਕਿ ਜਿਵੇਂ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਵੀ ਇਹ ਬਚਨ ਆਏ ਨੇ ਕਿ ਅਹੰਕਾਰ ਵੀ ਦੋ ਤਰ੍ਹਾਂ ਕਰਕੇ ਮਨੁੱਖ ਨੂੰ ਆਉਂਦਾ ਹੈ। ਇੱਕ ਤਾਂ ਅਹੰਕਾਰ ਉਦੋਂ ਆਉਂਦਾ ਹੈ ਜਦੋਂ ਆਪਣੇ ਪਾਸ ਕੋਈ ਚੀਜ਼ ਹੋਵੇ, ਕੋਈ ਵਿੱਦਿਆ ਦੀ ਪ੍ਰਾਪਤੀ ਹੋ ਜਾਵੇ, ਉਸ ਵੇਲੇ ਵੀ ਹੰਕਾਰ ਆ ਜਾਂਦਾ ਹੈ। ਇਹ ਜਿਹੜਾ ਅਹੰਕਾਰ ਹੈ ਇਹ ਬਹੁਤਾ ਪੈਸਾ ਹੋ ਜਾਵੇ ਉਦੋਂ ਵੀ ਇਹ ਆ ਜਾਂਦਾ ਹੈ। ਜਦੋਂ ਕੋਈ ਬਹੁਤਾ ਮਾਣ ਸਤਿਕਾਰ ਮਿਲ ਜਾਵੇ ਉਦੋਂ ਵੀ ਅਹੰਕਾਰ ਦੀ ਜਿਹੜੀ ਮਾਰ ਹੈ ਮਨੁੱਖ ਨੂੰ ਪੈ ਜਾਂਦੀ ਹੈ ਕਈ ਵਾਰ। ਅਤੇ ਕਈ ਵਾਰ ਤਾਂ ਇਹ ਹੁੰਦਾ ਹੈ ਕਿ ਕੁਝ ਪ੍ਰਾਪਤੀ ਤੋਂ ਬਾਅਦ ਅਹੰਕਾਰ ਹੁੰਦਾ ਹੈ, ਅਤੇ ਕਈ ਵਾਰ ਇਸ ਪ੍ਰਕਾਰ ਵੀ ਹੋ ਜਾਂਦਾ ਹੈ ਕਿ ਬਿਨਾਂ ਪ੍ਰਾਪਤੀ ਤੋਂ ਵੀ ਅਹੰਕਾਰ ਹੋ ਜਾਂਦਾ ਹੈ ਕਿ ਕੋਈ ਚੀਜ਼ ਵਿੱਦਿਆ ਵੀ ਨਹੀਂ ਪੜ੍ਹੀ, ਕੋਈ ਪੈਸਾ ਵੀ ਬਹੁਤਾ ਨਹੀਂ, ਸਰੀਰ ਵੀ ਕੋਈ ਚੰਗਾ ਨਹੀਂ, ਉਸ ਵੇਲੇ ਵੀ ਜਿਹੜਾ ਅਹੰਕਾਰ ਹੈ ਉਹ ਮਨੁੱਖ ਨੂੰ ਕਈ ਵਾਰ ਜੀਵਨ ਦੇ ਵਿੱਚ ਹੋ ਜਾਂਦਾ ਹੈ। ਸੋ ਇਸ ਪ੍ਰਕਾਰ ਉਸ ਪੰਡਤ ਬ੍ਰਾਹਮਣ ਨੂੰ ਜਦੋਂ ਇਹ ਅਹੰਕਾਰ ਹੋਇਆ ਕਿ ਮੈਂ ਹੁਣ ਕਿਸੇ ਵੀ ਪ੍ਰਕਾਰ ਤੁਹਾਡੇ ਦਰਬਾਰ ਦੇ ਵਿੱਚ ਆਣ ਕੇ ਕਥਾ ਵਿਚਾਰ ਨਹੀਂ ਕਰਾਂਗਾ, ਉਸ ਵੇਲੇ ਭਾਈ ਗੁਰਦਾਸ ਜੀ ਨੇ, ਬਾਬਾ ਬੁੱਢਾ ਜੀ ਨੇ, ਭਾਈ ਸਾਲੋ ਜੀ ਆਦਿ ਗੁਰਸਿੱਖਾਂ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਹੁਤ ਨਿਮਰਤਾ ਦੇ ਸਹਿਤ ਬੇਨਤੀਆਂ ਕੀਤੀਆਂ ਕਿ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਕਿਸੇ ਵੀ ਪ੍ਰਕਾਰ ਆਪਣੇ ਗੁਰਸਿੱਖਾਂ ਨੂੰ ਕਿਸੇ ਹੋਰ ਦੇ ਸਹਾਰੇ ਨਾ ਛੱਡੋ। ਜਿਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ ਅੰਦਰ 12 ਨਾਮੇ ਬਾਣੀ ਉਚਾਰਨ ਕੀਤੀ ਹੈ, ਪਰ ਉਹ ਜਿਹੜੀ ਬਾਣੀ ਹੈ ਉਹ ਆਮ ਗੁਰਸਿੱਖਾਂ ਦੇ ਸਮਝ ਦੇ ਵਿੱਚ ਨਹੀਂ ਆਉਂਦੀ। ਆਪ ਜੀ ਸੁਖੈਣ ਭਾਸ਼ਾ ਦੇ ਵਿੱਚ ਇਹ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਬਾਣੀ ਉਚਾਰਨ ਕਰੋ, ਜਿਸ ਨੂੰ ਹਰ ਇੱਕ ਗੁਰਸਿੱਖ ਮਹੀਨੇ ਦੀ ਪ੍ਰਾਰੰਭਤਾ ਵੇਲੇ ਇਸ ਦਾ ਪਾਠ ਕਰਕੇ ਉਸ ਮਹੀਨੇ ਦਾ ਜਿਹੜਾ ਫਲਾਦੇਸ਼ ਹੈ ਉਸ ਨੂੰ ਪ੍ਰਾਪਤ ਕਰ ਸਕੇ। ਗੁਰਸਿੱਖਾਂ ਦੀ ਬੇਨਤੀ ਮੰਨ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਜਿਹੜੀ ਸ੍ਰੀ ਮੁਖ ਵਾਕ ਬਾਣੀ ਹੈ ਇਸ ਨੂੰ ਉਚਾਰਨ ਕੀਤਾ।